सतनाम श्री वाहिगुरु जी। चौपाई। उपजै धर्म वाक सत कर अत। हे भाई, अत्यंत सच्चे बचन बोलन करके धर्म पैदा हुंदा है। दया दान कर धर्म वधै नित। बालक बिरध रोगी मजलूम उपर यथाशक्त दया करन ਅਤੇ ਧਨ ਆਦਿਕ ਦਾ ਦਾਨ ਕਰਨ ਕਰਕੇ ਨਿਤ ਸਦਾ ਹੀ ਧਰਮ ਵਧਦਾ ਹੈ। ਇਸ ਸਥਿਤ ਧਰਮ ਖਿਮਾ ਕੇ ਸੰਗਾ। ਖਿਮਾ ਕਰਨ ਦੇ ਨਾਲ ਧਰਮ ਦੀ ਸਥਿਤੀ ਰਹਿੰਦੀ ਹੈ। ਧਰਮ ਕ੍ਰੋਧ ਕਰ ਹੋਤ ਵਿਭੰਗਾ। ਪਰ ਇੱਕ ਕ੍ਰੋਧ ਕਰਕੇ ਧਰਮ ਨਸ਼ਟ ਹੋ ਜਾਂਦਾ ਹੈ। ਭਾਵੇਂ ਕੋਈ ਮਨੁੱਖ ਜਪ ਤਪ ਭਜਨ ਪਾਠ ਕਰਨ ਵਾਲਾ ਹੈ, ਜੇਕਰ ਉਹ ਕ੍ਰੋਧ ਕਰਦਾ ਹੈ ਤਾਂ ਉਸ ਦਾ ਫਲ ਨਸ਼ਟ ਹੋ ਜਾਂਦਾ ਹੈ। ਇਸ ਕਰਕੇ ਕ੍ਰੋਧ ਨਹੀਂ ਕਰਨਾ ਚਾਹੀਦਾ। ਐਸੇ ਧਰਮ ਨੂੰ ਧਾਰਨ ਕਰਨ ਨਾਲ ਫਲ ਕੀ ਪ੍ਰਾਪਤ ਹੁੰਦਾ ਹੈ? ਉੱਤਰ ਦੇ ਵਿੱਚ ਕਵੀ ਜੀ ਦੱਸਦੇ ਨੇ, ਦੋਹਰਾ ਸੁਭ ਕੁਲ ਜਨਮ ਸਰੂਪ ਤਨ। ਸੁਭ ਚੰਗੀ ਸ੍ਰੇਸ਼ਟ ਉੱਚੀ ਕੁਲ ਵੰਸ਼ ਵਿੱਚ ਜਨਮ ਹੋਣਾ। ਤਨ ਸਰੀਰ ਦਾ ਸਰੂਪ ਬਹੁਤ ਸੁੰਦਰ ਹੋਣਾ। ਭੂਪ ਰਾਜਾ ਹੋਣਾ ਜਾਂ ਰਾਜਿਆਂ ਵਾਂਗ ਹੁਕਮ ਚੱਲਣਾ। ਭੂਪ ਭੋਗ ਆਪਤ ਵੱਡੇ ਵੱਡੇ ਦੇਹ ਭੋਗਾਂ ਦੀ ਪ੍ਰਾਪਤੀ ਹੋਣੀ। ਆਪਤ ਆਗਿਆਕਾਰੀ ਸ਼ੁਭ ਸੰਤਾਨ ਹੋਣੀ ਜਾਂ ਯਥਾਰਥ ਵਕਤਾ ਹੋਣਾ। ਪੰਡਤ ਦੇਹ ਅਰੋਗ ਪੁੰਨ ਪੰਡਤ ਵਿਦਵਾਨ ਹੋਣਾ। ਪੁੰਨ ਫੇਰ ਦੇਹ ਸਰੀਰ ਰੋਗਾਂ ਤੋਂ ਰਹਿਤ ਹੋਣਾ। ਧਰਮ ਜਾਨ ਫਲ ਸਤ। ਜਿਨ੍ਹਾਂ ਨੂੰ ਇਹ ਚੀਜ਼ਾਂ ਪ੍ਰਾਪਤ ਹਨ, ਇਹ ਧਰਮ ਧਾਰਨ ਕੀਤੇ ਦੇ 7 ਫਲ ਪ੍ਰਾਪਤ ਹੋਏ ਜਾਣਨਾ ਕਰੋ। ਜਾਂ ਧਰਮ ਦੇ ਵਿੱਚ ਪਰਪੱਕ ਹੋਣ ਕਰਕੇ ਇਹ ਫਲ 7 ਨਿਸ਼ਚੈ ਕਰਕੇ ਪ੍ਰਾਪਤ ਹੋ ਜਾਂਦੇ ਹਨ। ਇਹ ਮਨੁੱਖਾ ਜਨਮ ਕਿਸ ਪ੍ਰਕਾਰ ਸਫਲਾ ਹੋਵੇ, ਇਹ ਸਵਾਲ ਹੈ। ਤਾਂ ਕਵੀ ਜੀ ਉੱਤਰ ਦਿੰਦੇ ਨੇ, ਚੌਪਈ ਧਰਮ ਪ੍ਰੀਤ ਨਿਤ ਭੇਦ ਵਿਚਾਰੈ। ਇਹ ਭਾਈ, ਜੋ ਮਨੁੱਖ ਧਰਮ ਨਾਲ ਪ੍ਰੀਤੀ ਕਰਦਾ ਹੈ ਅਤੇ ਨਿਤ ਸਦਾ ਵੇਦਾਂ ਦੀ ਗਿਆਨ ਦੀ ਵਿਚਾਰ ਕਰਦਾ ਰਹਿੰਦਾ ਹੈ, ਉਤਮ ਦਾਨ ਸੁਭਾਵ ਜੋ ਧਾਰੈ। ਫਿਰ ਜਿਹੜਾ ਮਨੁੱਖ ਸੋਨਾ ਧਨ ਅੰਨ ਆਦਿਕ ਉੱਤਮ ਵਸਤੂਆਂ ਦਾ ਦਾਨ ਕਰਨ ਵਾਲਾ ਸੁਭਾਵ ਧਾਰਨ ਕਰਕੇ ਰੱਖਦਾ ਹੈ। ਇੰਦਰ ਹੈ ਅਰਥ ਵਿਰਾਗੈ ਮਨ ਜੇ। ਫਿਰ ਇੰਦਰੀਆਂ ਦੇ ਭੋਗਾਂ ਦੇ ਅਰਥ ਵਾਸਤੇ ਇੰਦਰੀਆਂ ਦੇ ਭੋਗਾਂ ਵੱਲੋਂ ਜਿਸ ਮਨੁੱਖ ਦਾ ਮਨ ਉਪਰਾਮ ਹੋ ਗਿਆ ਹੈ, ਜੇ ਇਹ ਪ੍ਰਾਪਤ ਸਫਲ ਜਨਮ ਤੇ। ਜਿਸ ਨੂੰ ਇਹ ਗੁਣ ਪ੍ਰਾਪਤ ਹਨ, ਤੇ ਇਸ ਮਨੁੱਖ ਦਾ ਜਨਮ ਸਫਲਾ ਹੈ। ਦੋਹਰਾ ਇੰਦ ਬਿਨਾ ਜਿਉ ਮੰਦ ਨਿਸ। ਇਹ ਭਾਈ, ਜਿਵੇਂ ਆਕਾਸ਼ ਵਿੱਚ ਇੰਦ ਚੰਦਰਮਾ ਤੋਂ ਬਿਨਾ ਨਿਸ ਰਾਤ ਮੰਦੀ ਲੱਗਦੀ ਹੈ, ਮੰਦ ਕੰਜ ਬਿਨ ਤਾਲ ਅਤੇ ਕੰਜ ਕਮਲਾਂ ਤੋਂ ਬਿਨਾ ਤਾਲ ਸਰੋਵਰ ਮੰਦਾ ਲੱਗਦਾ ਹੈ। ਜੀਵ ਮੰਦ ਦਿਓ ਧਰਮ ਬਿਨ। ਤਿਵੇਂ ਹੀ ਧਰਮ ਤੋਂ ਬਿਨਾ ਜੀਵ ਮੰਦ ਬੁਰਾ ਹੈ। ਭਾਵ ਜਿਵੇਂ ਚੰਦਰਮਾ ਕਰਕੇ ਰਾਤ ਤੇ ਕਮਲਾਂ ਕਰਕੇ ਤਲਾ ਸ਼ੋਭਾ ਪਾਉਂਦੇ ਨੇ, ਤਿਵੇਂ ਜੀਵ ਧਰਮ ਕਰਕੇ ਸ਼ੋਭਾ ਪਾਉਂਦਾ ਹੈ। ਤਾਂ ਦੇ ਧਰਮ ਨਾ ਟਾਲ। ਇਸ ਕਰਕੇ ਇਹ ਭਾਈ, ਧਰਮ ਤੋਂ ਟਲਣਾ ਨਾ ਕਰੋ। ਭਾਵ ਧਰਮ ਨੂੰ ਤਿਆਗਣਾ ਨਾ ਕਰੋ ਜਾਂ ਧਰਮ ਨੂੰ ਟਾਲੋ ਨਾ। ਧਰਮ ਦਾ ਕੰਮ ਕਰਨ ਲੱਗਿਆ ਟਾਲ ਮਟੋਲਾ ਨਾ ਕਰੋ।
सब तो उत्तम धर्म की है। सर्व धर्म में श्रेष्ठ धर्म, हर को नाम जप निर्मल कर्म। मतलब पंज बाणियां दा नितनेम करन लगिया, रह रस दा पाठ करन लगिया टाल मटोला ना करो। वाहिगुरु नाम दा सिमरन करन लगिया टाल मटोला ना करो। मेरा सिर दुखदा जी, मेरे गोडे दुखदे जी, क्योंकि इस तो बगैर सरना नहीं है। सोधत सोधत सोध विचारा, बिन हर भजन नहीं छुटकारा। सो सम संतोख ना और सुख, हे भाई सबर संतोख दे सदर्श ਇਹਦੇ ਵਰਗਾ ਕੋਈ ਹੋਰ ਸੁਖ ਨਹੀਂ ਹੈ। ਤਪ ਨਾ ਖਿਮਾ ਸਮਝਾਨ, ਕਦੇ ਖਿਮਾ ਦੇ ਸਮਾਨ ਕੋਈ ਤਪ ਨਾ ਜਾਣਨਾ ਕਰੋ। ब्रह्म ज्ञान समधान न है, जो विवेक वैराग खाट समति ममोख इच्छा रूप चतुष्ट साधन सपन जग्यासु नु हस्तामलवत ब्रह्म का ज्ञान साक्षात्कार करवा देना है। भाव जीव ईश की एकता महावाका नाल भेदता करनी, इस दे समान होर कोई दान नहीं है। किसी नूं ब्रह्म ज्ञान करवा देना, ਇਹਦੇ ਨਾਲ ਦਾ ਦੁਨੀਆ 'ਚ ਕੋਈ ਦਾਨ ਨਹੀਂ ਹੈ। ਜਿਵੇਂ ਕਲਗੀਧਰ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ 48 ਸਿੰਘਾਂ ਨੂੰ ਗੁਰਬਾਣੀ ਦੇ ਅਰਥ ਪੜ੍ਹਾ ਕੇ ਬ੍ਰਹਮ ਗਿਆਨੀ ਬਣਾਇਆ। ਤੀਜੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਜੀ ਨੇ 22 ਗੁਰਮੁਖਾਂ ਨੂੰ ਬ੍ਰਹਮ ਗਿਆਨ ਬਖਸ਼ ਕੇ ਮੰਜੀਆਂ ਪ੍ਰਚਾਰ ਦੀਆਂ ਬਖਸ਼ੀਆਂ, ਔਰ 72 ਪੀੜੇ ਮਾਈਆਂ ਨੂੰ ਬਖਸ਼ੇ ਨਾਲ ਬ੍ਰਹਮ ਗਿਆਨ ਬਖਸ਼ਿਆ। ਇਹਦੇ ਵਰਗਾ ਦਾਨ ਨਹੀਂ ਹੈ। ਧਰਮ ਨਾ ਦਇਆ ਸਮਾਨ, ਅਤੇ ਦਇਆ ਕਰਨ ਦੇ ਬਰਾਬਰ ਹੋਰ ਕੋਈ ਧਰਮ ਨਹੀਂ ਹੈ। ਮਹਾਂਪੁਰਖ ਸੰਤ ਗਿਆਨੀ ਸੁੰਦਰ ਸਿੰਘ ਜੀ ਖਾਲਸਾ ਜੀ ਨੇ ਸੰਤ ਗਿਆਨੀ ਗੁਰਬਚਨ ਸਿੰਘ ਜੀ ਨੂੰ ਬ੍ਰਹਮ ਗਿਆਨ ਕਰਵਾਇਆ। ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਨੇ ਸੰਤ ਗਿਆਨੀ ਕਰਤਾਰ ਸਿੰਘ ਜੀ ਨੂੰ ਬ੍ਰਹਮ ਗਿਆਨੀ ਬਣਾਇਆ। संत ज्ञानी करतार सिंह जी खालसा ने अगे महापुरख संत ज्ञानी जरनैल सिंह जी खालसा ते बख्शिश की, बल्कि बाबा गुरबचन सिंह जी की भी निगाह सी। धन बाबा ठाकुर सिंह साहब जी महाराज जिन्हां दे चरनां दी आपां मौज माणी, उन्हां दी छत्र छाया हेठ श्री गुरु ग्रंथ साहिब जी महाराज जी की बाणी की विद्या प्राप्त की है गुरुद्वारा गुरदर्शन प्रकाश तो। वो ब्रह्म ज्ञानी महापुरख सन, ਵੱਡੇ ਮਹਾਂਪੁਰਖਾਂ ਤੋਂ ਬਖਸ਼ਿਸ਼ਾਂ ਉਹਨਾਂ ਲਈਆਂ। ਇਉਂ ਗੁਰੂ ਘਰ ਦੇ ਵਿੱਚ ਬ੍ਰਹਮ ਗਿਆਨ ਦਾ ਲੰਗਰ ਲੱਗਾ ਹੋਇਆ ਹੈ। ਚਾਰੋਂ ਫਲ ਮੈਂ ਇੱਕ ਵੀ, ਹੇ ਭਾਈ ਉਪਜੈ ਹਿਰਦੈ ਨ ਜਾਸ। ਜਿਸ ਮਨੁੱਖ ਦੇ ਅੰਤःਕਰਨ ਵਿੱਚ ਧਰਮ ਅਰਥ ਕਾਮ ਮੋਖ ਜਾਂ ਸੰਤੋਖ ਬ੍ਰਹਮ ਗਿਆਨ ਅਤੇ ਦਇਆ, ਇਹ ਚਾਰੇ ਫਲਾਂ ਵਿੱਚੋਂ ਜਦ ਇੱਕ ਵੀ पैदा नहीं होया। अजा गले के कुचन ज्यों जन व्यर्थ है तास। तास उस मनुख दा जन्म इस प्रकार निष्फल है, जिवें अजा बकरी दे गले विच लगे हुए कुचन अस्तिन पा मेमनियां निष्फल ने। जिवें धानियां दा कथन है, राम जपंती कन्या भली साखत भला ना पूत। ज्यों शेली गल मिनमने ना तिस दूध ना मूत। धर्म परम पारसिया है। ये भाई धर्म एक बहुत बड़ा पारस रूप है। पारस एक प्रकार का मूलक पत्थर है, जिस बाबत ख्याल है कि उस नाल नीवियां धातां लोहा तांबा आदि ला के सोना हो जांदियां ने। धर्म ही एक बहुत बड़ा पारस रूप है। जो दायक फल चार, जो धर्म अर्थ काम मोख संतोख खिमा ब्रह्म ज्ञान दया रूप चारे फलों दे देन वाला है। तां दे ज्यों क्यों धर्म को, इस वास्ते जिवें किवें भी तरे जो बुद्धि उदार। जेड़े श्रेष्ठ बुद्ध वाले पुरख ने, वो धर्म नूं धारण करदे ने या
ਜਿਵੇਂ ਕਿਵੇਂ ਵੀ ਧਰਮ ਨੂੰ ਧਾਰਨ ਕਰੋ। ਜੋ ਧਾਰਨ ਕਰਦੇ ਨੇ ਉਹਨਾਂ ਦੀ ਬੁੱਧ ਸ੍ਰੇਸ਼ਟ ਭਾਵ ਆਤਮ ਸ਼ੈਣੀ ਬਣ ਜਾਂਦੀ ਹੈ। ਇਸ ਤੋਂ ਅੱਗੇ ਕਵੀ ਜੀ ਕਈ ਪ੍ਰਕਾਰ ਦੇ ਦ੍ਰਿਸ਼ਟਾਂਤ ਪ੍ਰਮਾਣ ਦੇ ਕੇ ਧਰਮੀ ਮਨੁੱਖਾਂ ਦੀ ਵਡਿਆਈ ਕਰਦੇ ਨੇ ਕਿ ਧਰਮਾਤਮਾ ਪੁਰਖ ਸਦਾ ਸ਼ੋਭਾ ਪਾਉਂਦੇ ਨੇ। ਕਬਿਤ ਇੱਕ ਛੰਦ ਦਾ ਨਾਮ ਹੈ। ਸਮਾਨ ਰੂਪ ਕਰਕੇ ਸਭ ਛੰਦ ਕਵਿਤ ਕਹੇ ਜਾ ਸਕਦੇ ਨੇ, ਪਰੰਤੂ ਵਿਸ਼ੇਸ਼ ਕਰਕੇ ਇਹ ਦੰਡਕ ਜਾਤੀ ਹੈ। ਇਸ ਦਾ ਨਾਮ ਮਨਹਰ ਅਥਵਾ ਮਨਹਰਨ ਹੈ। ਇਸ ਦਾ ਲੱਛਣ ਹੈ 4 ਚਰਨ ਪ੍ਰਤੀ ਚਰਨ 31 ਅੱਖਰ, 3 ਵਿਸ਼ਰਾਮ 8 ਅੱਖਰਾਂ ਦੇ, ਚੌਥਾ 7 ਪਰ ਤੇ ਅੰਤ ਗੁਰੂ ਤੇ। ਇਸ ਛੰਦ ਵਿੱਚ ਸਮਵਰਨਾਂ ਦਾ ਪ੍ਰਯੋਗ ਅਤੇ ਅਨੁਪਰਾਸ ਰਚਨਾ ਨੂੰ ਬਹੁਤ ਮਨੋਹਰ ਬਣਾ ਦਿੰਦੇ ਨੇ। ਭਾਵੇਂ ਲੱਛਣ ਹੀ ਕਵਿਤ ਦਾ ਪੂਰਨ ਹੈ, ਪਰ ਕਵੀਆਂ ਨੇ ਇਸ ਦੀ ਚਾਲ ਨੂੰ ਸੁੰਦਰ ਰੱਖਣ ਲਈ ਇਹ ਨਿਯਮ ਵੀ ਥਾਪੇ ਨੇ। ਆਦਿ ਵਿੱਚ ਲਗ ਗੁਰ ਲਗ ਅਰਥਾਤ ਜਗਨ ਰੂਪ ਇੱਕ ਪਦ ਨਾ ਹੋਵੇ। ਭਗਨ ਰੂਪ ਇੱਕ ਪਦ ਵੀ ਆਰੰਭ ਵਿੱਚ ਵਿਵਰਜਿਤ ਹੈ। 4 ਅੱਖਰਾਂ ਪਿੱਛੋਂ ਭਗਨ ਨਹੀਂ ਹੋਣਾ ਚਾਹੀਦਾ। ਅੰਤ ਵਿੱਚ 3 ਅੱਖਰਾਂ ਦਾ ਇੱਕ ਪਦ ਜੋ ਮਗਨ ਰੂਪ ਹੋਵੇ ਉਹ ਉੱਤਮ ਨਹੀਂ। ਤੁਕ ਦੇ ਅੰਤ ਗੁਰ ਲਗ ਲਗ ਗੁਰ ਅਰਥਾਤ ਭਗਨ ਅਤੇ ਗੁਰ ਨਹੀਂ ਹੋਣੇ ਚਾਹੀਦੇ। ਚਾਰੇ ਵਿਸ਼ਰਾਮ ਦੇ ਸ਼ਬਦ ਠੀਕ ਗਿਣਤੀ ਦੇ ਸਮਾਪਤ ਹੋਣੇ ਚਾਹੀਦੇ ਨੇ। ਇਹ ਉੱਤਮ ਨਹੀਂ ਕਿ ਅੱਧਾ ਪਿਛਲੇ ਵਿਸ਼ਰਾਮ ਨਾਲ ਤੇ ਅੱਧਾ ਅਗਲੇ ਵਿਸ਼ਰਾਮ ਨਾਲ ਜੋੜਿਆ ਜਾਵੇ। ਸਮ ਪਦ ਨਾਲ ਸਮ, ਵੇਖਮ ਪਦ ਨਾਲ ਵੇਖਮ ਮਿਲਾਉਣਾ ਚਾਹੀਦਾ। ਸਮ ਨਾਲ ਵੇਖਮ ਮਿਲਣ ਤੋਂ ਛੰਦ ਦੀ ਸੁੰਦਰਤਾ ਨਹੀਂ ਰਹਿੰਦੀ। ਸੋ ਕਵਿਤ ਛੰਦ ਉਚਾਰਨ ਕਰਕੇ ਕਵੀ ਜੀ ਦੱਸਦੇ ਨੇ, ਨਾਗ ਸੋਭੈ ਮਦ ਕਰ। ਇਹ ਭਾਈ ਜਿਸ ਪ੍ਰਕਾਰ ਨਾਗ ਨਾਮ ਹੈ ਹਾਥੀ ਦਾ, ਮਦ ਕਰ ਮਸਤ ਹੋ ਕੇ ਸ਼ੋਭਾ ਪਾਉਂਦਾ ਹੈ। ਭਾਵ ਜਦੋਂ ਹਾਥੀ ਦੇ ਗੰਡ ਸਥਲਾਂ ਤੋਂ ਮੱਧ ਚੋਂਦਾ ਹੈ, ਮਤਲਬ ਗਾਲ ਅਤੇ ਕੰਨ ਦੇ ਵਿਚਕਾਰਲੇ ਥਾਂ ਤੋਂ ਮੁੜਕਾ ਚੋਂਦਾ ਹੈ, ਤਾਂ ਮਸਤੀ ਦੀ ਚਾਲ ਤੁਰਦਾ ਹੋਇਆ ਬਹੁਤ ਸ਼ੋਭਾ ਪਾਉਂਦਾ ਹੈ। ਨੀਰ ਸ਼ੋਭੈ ਇੰਦੀ ਵਾਰ। ਜਿਸ ਪ੍ਰਕਾਰ ਨੀਰ ਪਾਣੀ ਇੰਦੀ ਵਾਰ ਕਮਲਾਂ ਦੇ ਨਾਲ ਸ਼ੋਭਾ ਪਾਉਂਦਾ ਹੈ। ਭਾਵ ਜਦੋਂ ਕਿਸੇ ਤਲਾਬ ਵਿੱਚ ਕਮਲ ਦੇ ਫੁੱਲ ਖਿੜੇ ਹੁੰਦੇ ਨੇ ਤਾਂ ਬਹੁਤ ਸ਼ੋਭਾ ਪਾਉਂਦਾ ਹੈ। ਰਹਿਣ ਸ਼ੋਭੈ ਹਿਮ ਕਰ। ਜਿਸ ਪ੍ਰਕਾਰ ਰਾਤ ਸੀਤਲ ਕਿਰਨਾਂ ਵਾਲੇ ਚੰਦਰਮਾ ਦੇ ਨਾਲ ਸ਼ੋਭਾ ਪਾਉਂਦੀ ਹੈ। ਨਾਰ ਸੀਲ ਰਤ ਤੇ। ਜਿਸ ਪ੍ਰਕਾਰ ਰਾਤ ਸੀਤਲ ਕਿਰਨਾਂ ਵਾਲੇ ਚੰਦਰਮਾ ਦੇ ਨਾਲ ਸ਼ੋਭਾ ਪਾਉਂਦੀ ਹੈ। ਜਿਸ ਪ੍ਰਕਾਰ ਨਾਰ ਇਸਤਰੀ ਸੁੰਦਰ ਸੀਲ ਸੁਭਾਅ ਦੇ ਵਿੱਚ ਰਤ ਪ੍ਰੀਤਵਾਨ ਹੋਣ ਕਰਕੇ ਸ਼ੋਭਾ ਪਾਉਂਦੀ ਹੈ। ਜਾਂ ਪਤ ਵਰਤਾ ਧਰਮ ਦੇ ਵਿੱਚ ਪ੍ਰੀਤੀ ਦਾਨ ਕਰਨ ਵਾਲੀ ਇਸਤਰੀ ਸ਼ੋਭਾ ਪਾਉਂਦੀ ਹੈ। ਤਿਵੇਂ ਹੀ ਧਰਮ ਨੂੰ ਧਾਰਨ ਵਾਲੇ ਧਰਮੀ ਮਨੁੱਖ ਲੋਕ ਪਰਲੋਕ ਵਿੱਚ ਸ਼ੋਭਾ ਪਾਉਂਦੇ ਨੇ। ਸੋਭਤ ਤੁਰੰਗ ਜਵ। ਜਿਸ ਪ੍ਰਕਾਰ ਤੁਰੰਗ ਘੋੜਾ ਜਬ ਸੁੰਦਰ ਚਾਲ ਚੱਲਣ ਕਰਕੇ ਸ਼ੋਭਾ ਪਾਉਂਦਾ ਹੈ। ਧਾਮ ਸ਼ੋਭੈ ਉਤਸਵ। ਜਿਸ ਪ੍ਰਕਾਰ ਧਾਮ ਘਰ ਉਤਸਵ ਖੁਸ਼ੀਆਂ ਖੇੜਿਆਂ ਕਰਕੇ ਸ਼ੋਭਦਾ ਹੈ। ਭਾਵ ਘਰ ਵਿੱਚ ਵਿਆਹ ਦਾ ਉਤਸਵ ਹੋਵੇ ਜਾਂ ਪੁੱਤਰ ਜਨਮਿਆ ਹੋਵੇ ਜਾਂ ਸੰਤਾਂ ਮਹਾਤਮਾ ਵਾਸਤੇ ਭੋਜਨ ਕੀਤਾ ਹੋਵੇ, ਐਸੇ ਖੁਸ਼ੀਆਂ ਦੇ ਮੌਕੇ ਤੇ ਜਿਸ ਪ੍ਰਕਾਰ ਘਰ ਸ਼ੋਭਦਾ ਹੈ। ਸ਼ੋਭੈ ਵਿਆਕਰਨ ਰਵ। ਜਿਸ ਪ੍ਰਕਾਰ ਬਾਣੀ ਵਿਆਕਰਨ ਦੇ ਅਨੁਸਾਰ ਬੋਲੀ ਹੋਈ ਸ਼ੋਭਦੀ ਹੈ। ਨਦੀ ਹੰਸ ਗਤ ਤੇ। ਜਿਸ ਪ੍ਰਕਾਰ ਨਦੀ ਹੰਸਾਂ ਵਾਂਗ ਹੌਲੀ ਹੌਲੀ ਚਾਲ ਚੱਲੇ ਤਾਂ ਸ਼ੋਭਦੀ ਹੈ। ਜਿਸ ਨਦੀ ਵਿੱਚ ਹੰਸ ਫਿਰਦੇ ਹੋਣ, ਜਿਸ ਪ੍ਰਕਾਰ ਉਹ ਨਦੀ ਸ਼ੋਭਦੀ ਹੈ, ਤਿਵੇਂ ਹੀ ਧਰਮ ਨੂੰ ਧਾਰਨ ਵਾਲੇ ਧਰਮੀ ਮਨੁੱਖ ਸ਼ੋਭਾ ਪਾਉਂਦੇ ਹਨ। ਸਭਾ ਸ਼ੋਭੈ ਵਿਦਿਆਵਾਨ। ਜਿਸ ਪ੍ਰਕਾਰ ਵਿਦਵਾਨ ਪੁਰਖਾ ਕਰਕੇ ਸਭਾ ਮਜਲਿਸ ਦਰਬਾਰ ਸ਼ੋਭਦਾ ਹੈ,
कुल शुभ है शुभ संतान, जिस प्रकार शुभ चंगी औलाद भाव भगत दानी या सूरमा पुत्र होने करके सारी कुल शोभदी है। जिवें महापुरख संत ज्ञानी जरनैल सिंह जी खालसा पिंडरां वाले दानी भी सन, संत भी सन, सूरमे भी सन, और उन्होंने सूरम गति की हद करके दिखा दी। पान शुभ है करे दान, जिस प्रकार हाथ दान करन करके शोभते ने। भाव जिवें तुलसी जी भी कथन करते ने, जिस पुरख दा हाथ दे उपर हाथ रहे, भाव अपने हाथ नाल दान करता रहे, उसका जीवन सफला है। जे कदे हाथ दे थले हाथ हो गया तां जिउंदा होया भी मरिया होया जाणो। भाव दान देण नाल जितने हथ शोभते हैं उतने सोने आदि कंगण पाउण नाल नहीं शोभते। जदों दान देण दी शक्ति ना रहे ते लैण दी इच्छा फुरे, तदों मर जाना ही चंगा है। फिर मौतों ना डरना करी। तुलसी जी ने लिखिया, तुलसी कर पर कर करी, कर तल कर ना करी, जा दिन कर तल कर करे, फिर मौतों ना ही डरी। शब्दालंकार। फिर जिस प्रकार खेत धरती, खेत खेत पातते, खेत धरती जमीन, खेत पात जमीन दे पति मालक भाव किसान करके जिमींदार करके शोभदी है। या जिवें धरती खेत पात इंद्र करके शोभा पाउंदी है। भाव जदों इंद्र समय अनुसार वर्खा करे तां अन्न घाह आदि करके सारी धरती शोभा पाउंदी है। मूढ़ शोभा करे मौन, मूर्ख बंदा चुप बोलना नहीं, चुप करके बैठा रहे तां शोभा पाउंदा है। क्योंकि मुर्दा बोलू कफन पाड़ू, ये लोगों की कहावत है। मूर्ख बंदे की शोभा उन्ना चिर है जिन्ना चिर चुप करके बैठ, जदों बोलिया उन्हें जार हो जाना। सिखी शोभा पर होण, जिस प्रकार सिखी अग्नि, सिखी अधक ला के पाठ नहीं करना, सिखी अग्नि ਇਹਦੇ ਵਿੱਚ ਭਰਿਆ ਹੋਣ, ਹਵਨ ਦੀ ਸਮਗਰੀ ਪੈਂਦੀ ਰਹੇ ਤਾਂ ਅੱਗ ਸ਼ੋਭਾ ਪਾਉਂਦੀ ਹੈ। ਜਾਂ ਸਿੱਖੀ ਮੋਰ ਤਾਂ ਸ਼ੋਭਦਾ ਹੈ ਜੇਕਰ ਉਸਦੇ ਪਰੈ ਪਰ ਖੰਭ ਖੜੇ ਹੋਏ ਹੋਣ। ਜਾਂ ਗੁਰੂ ਤਾਦੀ ਹੀ ਆਦਰ ਪਾਉਂਦਾ ਹੈ ਜੇਕਰ ਸਿੱਖੀ ਸੇਵਕੀ ਦੇ ਮੋਹ ਤੋਂ ਪਰੇ ਰਹਿੰਦਾ ਹੋਵੇ। ਜਾਂ ਸਿੱਖੀ ਤਾਦੀ ਸ਼ੋਭਦੀ ਹੈ ਜੇਕਰ ਦੁਨੀਆਦਾਰੀ ਦੇ ਪਖੰਡ ਤੋਂ ਪਰੇ ਹੋ ਕੇ ਗੁਰਮੰਦੇ ਧਾਰਨੀ ਹੋਈ ਹੈ। ਸੋ ਬੈ ਅਤਿ ਤ੍ਰਿਭੁਵਨ। ਸੋ ਜਿਸ ਪ੍ਰਕਾਰ ਇਹ ਉਪਰੋਕਤ ਸਭ ਆਪੋ ਆਪਣੇ ਤਰੀਕੇ ਨਾਲ ਸ਼ੋਭਾ ਪਾਉਂਦੇ ਨੇ, ਤਿਵੇਂ ਹੀ ਧਰਮੀ ਸੁਮਤ ਤੇ ਸੁਮਤ ਸ੍ਰੇਸ਼ਟ ਆਤਮ ਸ਼ੈਣੀ ਬੁੱਧ ਵਾਲਾ ਧਰਮੀ ਮਨੁੱਖ ਅਤਿ ਕਰਕੇ ਤ੍ਰਿਭੁਵਨ ਤਿੰਨੇ ਭਵਨਾਂ ਵਿੱਚ ਸ਼ੋਭਾ ਪਾਉਂਦਾ ਹੈ। ਜਾਂ ਧਰਮੀ ਮਨੁੱਖਾਂ ਕਰਕੇ ਤਿੰਨੇ ਲੋਕ ਸ਼ੋਭਾ ਪਾ ਰਹੇ ਹਨ। ਦੋਹਰਾ ਸੁਖੀ ਦੁਖੀ ਨਰ ਜਗਤ ਮੈਂ। हे ਭਾਈ, ਇਸ ਜਗਤ ਸੰਸਾਰ ਦੇ ਵਿੱਚ ਚਾਹੇ ਕੋਈ ਸੁਖੀ ਚਾਹੇ ਕੋਈ ਦੁਖੀ ਮਨੁੱਖ ਹੈ, ਧਰਮ ਕਰੇ ਜੋ ਕੋਏ, ਜਿਹੜਾ ਕੋਈ ਵੀ ਧਰਮ ਨੂੰ ਧਾਰਨ ਕਰੇਗਾ, ਸੁਖੀ ਕਰੇ ਤਬ ਸੁਖ ਬੜਾ। ਜੇਕਰ ਕੋਈ ਸੁਖੀ ਆਦਮੀ ਧਰਮ ਨੂੰ ਧਾਰਨ ਕਰੇਗਾ ਤਾਂ ਉਸਦੇ ਸੁੱਖ ਹੋਰ ਵੱਧ ਜਾਣਗੇ। ਦੁਖੀ ਕਰੇ ਦੁੱਖ ਕੋਏ, ਅਤੇ ਜੇਕਰ ਕੋਈ ਦੁਖੀ ਮਨੁੱਖ ਧਰਮ ਨੂੰ ਧਾਰਨ ਕਰੇਗਾ ਤਾਂ ਉਸਦੇ ਦੁੱਖ ਨਾਸ਼ ਹੋ ਜਾਣਗੇ। ਇਸ ਕਰਕੇ ਸਾਰੇ ਧਰਮ ਨੂੰ ਧਾਰਨ ਕਰੋ। ਸਤ ਦੋਹੇ ਦੋ ਚੌਪਈ ਅਧਿਆਏ ਦੀ ਸਮਾਪਤੀ ਤੇ ਛੰਦਾਂ ਦੀ ਗਿਣਤੀ ਕਰਕੇ ਦੱਸਦੇ ਨੇ ਕਿ ਇਸ ਪਹਿਲੇ ਅਧਿਆਏ ਵਿੱਚ 7 ਦੋਹਰੇ, 2 ਚੌਪਈ ਛੰਦ, ਉੱਤਮ ਏਕ ਕਵਿਤ ਅਤੇ ਇੱਕ ਬਹੁਤ ਉੱਤਮ ਸ੍ਰੇਸ਼ਟ ਸੁੰਦਰ ਕਵਿਤ ਛੰਦ ਵੀ ਆਇਆ ਹੈ। 10 ਛੰਦ ਆਨੰਦ ਮੈਂ, ਇਹ ਕੁੱਲ 10 ਛੰਦ ਆਏ ਨੇ।
बसे जिसे नित चित, जिस मनुख दे चित विच दसे छंद वस जाणगे उस नूं आनंदमय आनंद रूपता कर देणगे। भाव इन्हां 10 छंदां दा सिद्धांत जिस मनुख दे हिरदे विच वस जावेगा उस नूं सब खुशियां प्राप्त हो जाणगीਆਂ। इत्थे हुण सवाल ये पैदा हुंदा है कि इस अध्याय विच छंदां दी गिणती 20 आई है, पर कवि जी दोहरे विच छंदां दी गिणती 10 दस रहे ने। इहदा की भेद है? इस बाबत इस तरह बेनती है कि इस पहले अध्याय दे पहले 8 छंद भाषा करने वाले पंडित हरदयाल जी ने अपने वल्लों मंगल रूप दे विच रचे ने, ਅਤੇ 9वें छंद विच इस अध्याय दे आरंभ विच विशा कथन कीता। जिवें किसी लैटर दा सबजैक्ट हुंदा, विशा हुंदा, किसी ऐसे दा सरलेख हुंदा है। 10वें छंद खिमा अहिंसा दया मृत तो लैके सुखी दुखी नर जगत में, इत्थों तक छंदा की गिणती 10 ही बनती है। आ जिहड़ा 7 दोहे 2 चौबे ये तो गिणती वाला छंद है, इसलिए ये 10 छंद ही समझो। है 20 ने जिहड़े आपां विचारे ने 3 एपीसोडां दे विच, तीसरा एपीसोड चल रहा। 3 एपीसोडां दे विच 20 छंद विचारे ने, पर असल च मूल रूप च 10 छंद ही ने पढ़ाई वाले। ये श्री सारकुतावली तास प्रथम अध्याय श्री सुभाईमान जो सारकुतावली ग्रंथ है, तास तिसदा प्रथम पहला अध्याय इत्थे इति समाप्त होया। इति दा अर्थ बाद विच करना है, इति दा मतलब समाप्त होया। धर्म निरूपियो तास में इस पहले अध्याय दे विच कव हरदयाल सुभाईमान कवि हरदयाल जी ने धर्म का विशा कथन किया है, या पंडित हरदयाल जी ने सो भाई श्रेष्ठ भावना दे नाल इस पहले अध्याय विच धर्म का विशा निरूपण किया, धर्म का विशा कथन किया है। इत्थे पहला अध्याय समाप्त होया है जी। वाहिगुरु जी का खालसा, वाहिगुरु।